ਲੋਕ ਧਰਮ ਵੰਨ ਸੁਵੰਨੇ ਦੇਵੀ ਦੇਵਤਿਆਂ ਨਾਲ ਭਰਪੂਰ ਹੈ। ਜਿਵੇਂ ਕਿ ਡਾਕਟਰ ਦਰਿਆ ਨੇ ਕਿਹਾ ਹੈ ਕਿ ਲੋਕ ਧਰਮ ਸਮਾਜ ਦੇ ਸਾਰੇ ਲੋਕਾਂ ਦੁਆਰਾ ਮੰਨਿਆ ਜਾਂਦਾ ਹੈ, ਪਰੰਤੂ ਇਸ ਨੂੰ ਮੰਨਣ ਵਾਲਾ ਜ਼ਿਆਦਾਤਰ ਜਿਹੜਾ ਉਹ ਪਛੜਿਆ ਤੇ ਅਸਿੱਖਿਅਤ ਵਰਗ ਹੁੰਦਾ ਹੈ। ਹਾਲਾਂਕਿ ਇਹ ਧਾਰਨਾ ਮੈਨੂੰ ਇੰਨੀ ਸਹੀ ਨਹੀਂ ਲੱਗਦੀ, ਪਰ ਅਗਰ ਲੋਕ ਧਰਮ ਪਛੜੀਆਂ ਸ਼੍ਰੇਣੀਆਂ ਦੀ ਪ੍ਰਤੀਨਿਧਤਾ ਕਰਦਾ ਹੈ ਤਾਂ ਉਹਦੇ ਵਿੱਚ ਵੀ ਉਹਦੀ ਜਿਹੜੀ ਲੇਅਰ ਹੈ ਉਹ ਇੱਕਸਾਰ ਨਹੀਂ ਹੈ, ਮੈਨੂੰ ਇਹ ਲੱਗਦੀ ਹੈ। ਇਸੇ ਤਰ੍ਹਾਂ ਉਹਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਵਿੱਚ ਵੀ ਵੱਖੋ ਵੱਖਰੀਆਂ ਜਿਹੜੀਆਂ ਵੇਰੀਏਸ਼ਨਸ ਨੇ ਉਹ ਹੈਗੀਆਂ ਨੇ। ਲੋਕ ਧਰਮ ਦੇ ਦੇਵੀ ਦੇਵਤਿਆਂ ਵਿੱਚ ਵੀ ਦੋ ਧਿਰਾਂ ਬਣੀਆਂ ਨਜ਼ਰ ਆਉਂਦੀਆਂ ਨੇ। ਹਾਸ਼ੀਆਕ੍ਰਿਤ ਧਿਰ ਦੇ ਅੰਦਰ ਵੀ ਇੱਕ ਹਾਸ਼ੀਆਕ੍ਰਿਤ ਧਿਰ ਮੌਜੂਦ ਰਹਿੰਦੀ ਹੈ। ਪ੍ਰਸਤੁਤ ਖੋਜ ਪਰਚੇ ਦਾ ਸੰਬੰਧ ਲੋਕ ਧਰਮ ਦੇ ਦੇਵੀ ਦੇਵਤਿਆਂ ਦੀਆਂ ਸ਼੍ਰੇਣੀਆਂ ਅਤੇ ਫੋਕ ਦੇ ਉਹਨਾਂ ਨਾਲ ਰਿਸ਼ਤੇ ਨਾਲ ਹੈ। ਜੇਕਰ ਗ੍ਰਾਮੀਣ ਦੇਵੀ ਦੇਵਤਿਆਂ ਦੇ ਸੰਬੰਧ ਵਿੱਚ ਅਸੀਂ ਗੱਲ ਕਰੀਏ ਤਾਂ ਉਸ ਵਿੱਚ ਕੁਝ ਦੇਵੀ ਦੇਵਤੇ ਮੁੱਖ ਧਾਰਾ ਵੀ ਸ਼ਮਿਲਿਤ ਹਨ, ਜਦੋਂ ਕਿ ਦੂਜੇ ਹਾਸ਼ੀਏ 'ਤੇ ਆ ਜਾਂਦੇ ਨੇ। ਲੋਕ ਧਰਮ ਵਿੱਚ ਜਦੋਂ ਵੀ ਕੋਈ ਦੇਵਤਾ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨਾਲ ਸੰਬੰਧਿਤ ਕਿਰਿਆਵਾਂ ਵੀ ਇੱਕ ਖਾਸ ਰੂਪ ਲੈਣ ਲੱਗ ਜਾਂਦੀਆਂ ਨੇ। ਇਹ ਗੱਲ ਕੁਝ ਕੁ ਡੇਰਿਆਂ ਦੇ ਸੰਬੰਧ ਵਿੱਚ ਵੀ ਕਹੀ ਜਾ ਸਕਦੀ ਹੈ। ਹਾਲਾਂਕਿ ਕੁਝ ਖਾਸ ਤਰ੍ਹਾਂ ਦੇ ਨਿਯਮ ਜਾਂ ਕਿਰਿਆਵਾਂ ਭਾਵੇਂ ਉਹਨਾਂ ਵਿੱਚ ਵਿਸ਼ਿਸ਼ਟ ਧਰਮ ਵਾਲੀ ਕਠੋਰਤਾ ਨਹੀਂ ਹੁੰਦੀ, ਪਰ ਉਹ ਲਾਗੂ ਹੋ ਜਾਂਦੇ ਨੇ, ਜਿਹੜੇ ਵਿਸ਼ਿਸ਼ਟ ਧਰਮ ਦੇ ਪਾਸੇ ਵੱਲ ਨੂੰ ਸਰਕਣ ਦਾ ਮਾਹੌਲ ਸਿਰਜਦੇ ਨੇ। ਗ੍ਰਾਮੀਣ ਦੇਵੀ ਦੇਵਤਿਆਂ ਦੀਆਂ ਸ਼੍ਰੇਣੀਆਂ ਇਹਨਾਂ ਦੇ ਵਿੱਚੋਂ ਦੋ ਮੁੱਖ ਤੌਰ 'ਤੇ ਬਣਨ ਲੱਗਦੀਆਂ ਨੇ। ਇਸ ਡਾਟੇ ਨੂੰ ਅਸੀਂ ਜਿਹੜਾ ਲਿਆ ਉਹ ਮਾਲਵੇ ਦੇ ਪਿੰਡ ਦੇ ਇੱਕ ਸੰਦਰਭ ਦੇ ਵਿੱਚੋਂ ਲਿਆ, ਜਿਨ੍ਹਾਂ ਦੇ ਵਿੱਚ ਅਸੀਂ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਮੈਂ ਔਰਤਾਂ ਅਤੇ ਦਲਿਤ ਵਰਗ ਨੂੰ ਰੱਖਿਆ। ਪਿੰਡ ਦੇ ਲੋਕਲ ਦੇਵੀ ਦੇਵਤਿਆਂ ਨੂੰ ਮੰਨਣ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹੁੰਦੇ ਨੇ। ਔਰਤਾਂ ਵਿੱਚ ਹਰ ਜਾਤ ਅਤੇ ਧਰਮ ਨਾਲ ਸੰਬੰਧਿਤ ਔਰਤਾਂ ਵੱਧ ਚੜ੍ਹ ਕੇ ਸ਼ਾਮਿਲ ਹੁੰਦੀਆਂ ਨੇ, ਜਿਹੜੀਆਂ ਕਿ ਸਾਰੀਆਂ ਪੂਜਾ ਵਿਧੀਆਂ ਨੂੰ ਜਿਹੜੀਆਂ ਕਿ ਲੀਡ ਕਰਦੀਆਂ ਨੇ। ਅਸੀਂ ਲੋਕ ਦੇਵੀ ਦੇਵਤਿਆਂ ਦਾ ਅਧਿਐਨ ਇੱਕ ਪਿੰਡ ਤੱਕ ਰੱਖਿਆ ਜੋ ਸਾਰਥਿਕ ਸਿੱਟੇ ਪ੍ਰਾਪਤ ਕੀਤੇ ਜਾ ਸਕਣ। ਪਿੰਡ ਵਿੱਚ ਲੋਕ ਧਰਮ ਦੀ ਵੰਨ ਸੁਵੰਨਤਾ ਹੈ ਅਤੇ ਲੋਕ ਵੱਖੋ ਵੱਖਰੇ ਦਿਨ ਤਿਉਹਾਰ 'ਤੇ ਇਹਨਾਂ ਗ੍ਰਾਮੀਣ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਇਹਨਾਂ ਵਿੱਚੋਂ ਕੁਝ ਦੇਵੀ ਦੇਵਤਿਆਂ ਨੂੰ ਸਾਰਾ ਪਿੰਡ ਪੂਜਦਾ ਅਤੇ ਕੁਝ ਆਪਣੀ ਜਾਤ ਜਾਂ ਆਪਣੇ ਕੁਲ ਨਾਲ ਸੰਬੰਧਿਤ ਨੇ। ਇਹਨਾਂ ਗ੍ਰਾਮੀਣ ਦੇਵੀ ਦੇਵਤਿਆਂ ਵਿੱਚੋਂ ਅਸੀਂ ਗੁੱਗਾ ਪੀਰ, ਹਿੰਗਲਾਜ, ਲਾਲਾਂਵਾਲਾ ਪੀਰ, ਸਤਾ ਦਰਬਾਰ, ਸ਼ੀਤਲਾ ਦੇਵੀ, ਖਵਾਜਾ ਪੀਰ, ਵੱਡੇ ਵਡੇਰੇ, ਖੇੜਾ, ਜਿਹੜੇ ਕਿ ਉੱਥੋਂ ਦੇ ਸਥਾਨਕ ਦੇਵੀ ਦੇਵਤੇ ਨੇ, ਉਹਨਾਂ ਦੇ ਸੰਦਰਭ 'ਚ ਗੱਲ ਕਰਾਂਗੇ। ਗੁੱਗਾ ਪੀਰ ਹੈ ਜਿਹੜਾ, ਗੁੱਗੇ ਪੀਰ ਨੂੰ ਪੀਰ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਅਤੇ ਇਸ ਦੇ ਨਮਿੱਤ ਜਿਹੜੀ ਇੱਕ ਮਾੜੀ ਬਣੀ ਹੋਈ ਹੈ ਇਸ ਪਿੰਡ ਦੇ ਬਾਹਰ। ਇਸ ਪਿੰਡ ਵਿੱਚ ਗੁੱਗੇ ਪੀਰ ਦੇ ਨਵੇਂ ਦੇਸੀ ਮਹੀਨੇ ਦੇ ਭਾਦੋਂ ਦੇ ਹਨੇਰ ਪੱਖ ਦੀ ਨੌਮੀ ਨੂੰ ਮੱਥਾ ਟੇਕਦਾ ਹੈ। ਗੁੱਗੇ ਦੇ ਨਾਲ ਨਾਲ ਗੁੱਗੇ ਦੇ ਗੁਰੂ ਗੋਰਖਨਾਥ ਨੂੰ ਮੱਥਾ ਟੇਕਿਆ ਜਾਂਦਾ ਹੈ। ਨੌਮੀ ਤੋਂ ਕੁਝ ਦਿਨ ਪਹਿਲਾਂ ਗੁੱਗੇ ਦਾ ਝੰਡਾ ਲੈ ਕੇ ਪਿੰਡ ਵਿੱਚ ਗੇੜਾ ਕੱਢਿਆ ਜਾਂਦਾ ਹੈ। ਗੁੱਗੇ ਦਾ ਝੰਡਾ ਜੋ ਗੁੱਗੇ ਦੀ ਮਾੜੀ ਉੱਤੇ ਝੂਲਦਾ ਹੈ, ਇਹ ਝੰਡਾ ਲੰਮੇ ਸਾਰੇ ਮੋਟੇ ਬਾਂਸ ਨਾਲ, ਨਾਰੀਅਲ, ਮੋਰ ਦੇ ਖੰਭ, ਪੱਖੇ, ਸ਼ੀਸ਼ੇ ਦੀਆਂ ਟੁਕੜੀਆਂ, ਨੀਲੇ ਰੰਗ ਦੀਆਂ ਟਾਕੀਆਂ, ਘੋਗੇ ਤੇ ਕੌਡੀਆਂ ਆਦਿ ਨੂੰ ਖਾਸ ਵਿਉਂਤ ਨਾਲ ਬੰਨ੍ਹ ਕੇ ਅਥਵਾ ਗੁੰਦ ਕੇ ਬਣਾਇਆ ਜਾਂਦਾ ਹੈ, ਜੋ ਕਾਫੀ ਵਜ਼ਨੀ ਹੁੰਦਾ ਹੈ। ਜਦੋਂ ਇਹ ਪਿੰਡ ਵਿੱਚ ਘੁੰਮਦਾ ਹੈ ਤਾਂ ਲੋਕ ਆਪੋ ਆਪਣੀਆਂ ਵਿਸ਼ ਨੂੰ ਹੈ ਜਿਹੜਾ ਫੁੱਲਫਿਲ ਕਰਨ ਲਈ ਉਹਨਾਂ 'ਤੇ ਚੁੰਨੀਆਂ ਜਾਂ ਜੇ ਕੋਈ ਬੱਚੇ ਦੀ ਪ੍ਰਾਪਤੀ ਚਾਹੁੰਦਾ ਤਾਂ ਉਸ ਕਿਸਮ ਨਾਲ ਖਿਡੌਣੇ ਨੇ ਜਿਹੜੇ ਉਹ ਨਾਲ ਦੀ ਨਾਲ ਬੰਨ੍ਹਦੇ ਨੇ। ਇਸ ਜਿਹੜੇ ਗੁੱਗੇ ਪੀਰ ਦੀ ਪੂਜਾ ਹੈ ਉਹ 94.34% ਔਰਤਾਂ ਨੇ ਜਿਹੜੀਆਂ, ਅਤੇ 90% ਹੈ ਜਿਹੜਾ ਉਹ ਦਲਿਤ ਭਾਈਚਾਰਾ ਕਰਦਾ ਹੈ। ਅਤੇ ਲੋਕਾਂ ਦੇ ਮਨ ਦੇ ਵਿੱਚ ਗੁੱਗੇ ਪੀਰ ਪ੍ਰਤੀ ਇੱਕ ਖਾਸ ਡਰ ਹੈ ਕਿ ਜੇ ਉਹ ਮੱਥਾ ਨਹੀਂ ਟੇਕਣਗੇ ਤਾਂ ਸ਼ਾਇਦ ਉਹਨਾਂ ਦੇ ਉੱਪਰ ਕੋਈ ਕਰੋਪੀ ਆ ਜਾਊਗੀ। ਇਸ ਤੋਂ ਬਾਅਦ ਹਿੰਗਲਾਜ ਮੰਦਿਰ ਆਉਂਦਾ ਹੈ। ਹਿੰਗਲਾਜ ਮੰਦਿਰ ਪ੍ਰਾਚੀਨ ਸਿੱਧ ਪੀਠ ਮੰਦਿਰ ਹੈ ਜੋ ਕਿ ਸਤੀ ਮਾਤਾ ਦੀ ਸ਼ਕਤੀ ਪੀਠਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੰਦਿਰ 'ਚ ਇੱਕ ਪਿੱਪਲੀ ਹੈ ਜਿਸ ਦਾ ਤਣਾ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਜਿਸ ਨੂੰ ਗਰਭ ਗੁਫਾ ਕਿਹਾ ਜਾਂਦਾ ਹੈ। ਇਸ ਨੂੰ ਇਸਤਰੀ ਦੇ ਗਰਭ ਦੇ ਸਮਾਨ ਕਿਆਸ ਕੀਤਾ ਜਾਂਦਾ ਹੈ। ਸ਼ਰਧਾਲੂ ਇਸ ਵਿੱਚੋਂ ਦੀ ਲੇਟ ਕੇ ਲੰਘ ਜਾਂਦੇ ਨੇ। ਹਿੰਗਲਾਜ ਮੰਦਿਰ ਲਗਭਗ 500 ਸਾਲ ਪੁਰਾਣਾ ਮੰਦਿਰ ਹੈ, ਜਿਸ ਦੀ ਜੋਤ ਬਲੋਚਿਸਤਾਨ, ਕਰਾਚੀ, ਪਾਕਿਸਤਾਨ ਦੇ ਹਿੰਗਲਾਜ ਨਾਂ ਦੇ ਮੰਦਿਰ ਤੋਂ ਆਈ ਦੱਸੀ ਜਾਂਦੀ ਹੈ। ਪਾਕਿਸਤਾਨ ਵਿੱਚ ਇਹ ਮੰਦਿਰ ਬਲੋਚਿਸਤਾਨ ਦੀ ਰਾਜਧਾਨੀ ਕਰਾਚੀ ਤੋਂ 120 ਕਿਲੋਮੀਟਰ ਪੱਛਮ ਵੱਲ ਸਥਿਤ ਹਿੰਗੋਲ ਨਦੀ ਦੇ ਕੰਢੇ 'ਤੇ ਮਕਰਾਨਾ ਤਹਿਸੀਲ ਦੇ ਹਿੰਗਲਾਜ ਖੇਤਰ ਵਿੱਚ ਸਥਿਤ ਹੈ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਇਸ ਮੰਦਿਰ ਵਿੱਚ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਇੱਥੇ ਸੋਕੇ ਦੀ ਬਿਮਾਰੀ ਨਾਲ ਪੀੜਤ ਬੱਚੇ ਠੀਕ ਹੋ ਜਾਂਦੇ ਹਨ। ਬੱਚਿਆਂ ਨੂੰ ਨਹਾ ਕੇ ਜੜ ਗੁਫਾ ਵਿੱਚੋਂ ਲੰਘਾਇਆ ਜਾਂਦਾ ਹੈ। ਮੰਦਿਰ ਦੇ ਪੁਜਾਰੀ ਮੁਤਾਬਿਕ ਜੋ ਲੋਕ ਇੱਥੇ ਸੁੱਖਾਂ ਸੁੱਖਦੇ ਹਨ, ਹਿੰਗਲਾਜ ਮਾਤਾ ਉਹਨਾਂ ਦੀਆਂ ਸੁੱਖਾਂ ਦੀ ਲਾਜ ਰੱਖਦੀ ਹੈ। ਹਿੰਗਲਾਜ ਮਾਤਾ ਦੀ ਪੂਜਾ 79% ਔਰਤਾਂ ਅਤੇ 81% ਪਛੜੀਆਂ ਸ਼੍ਰੇਣੀਆਂ ਦੇ ਲੋਕ ਕਰਦੇ ਨੇ। ਲਾਲਾਂਵਾਲਾ ਪੀਰ, ਲਾਲਾਂਵਾਲੇ ਪੀਰ ਦੀ ਮਜ਼ਾਰ ਇਸ ਦੇ ਬਾਰ-ਬਾਰ ਸਥਿਤ ਹੈ। ਇਸ ਨੂੰ ਪੀਰਖਾਨਾ ਵੀ ਕਿਹਾ ਜਾਂਦਾ ਹੈ। ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇਸ ਪੀਰ ਦੀ ਮਾਨਤਾ ਕਰਦੇ ਹਨ।
ਲੋਕ ਵੀਰਵਾਰ ਨੂੰ ਇਸ ਪੀਰ ਦੀ ਮਜ਼ਾਰ ਤੇ ਆਪਣੀ ਹਾਜ਼ਰੀ ਲਗਵਾਉਂਦੇ ਹਨ। ਪਿੰਡ ਦੇ ਜ਼ਿਆਦਾਤਰ ਲੋਕ ਪੁੱਤਰ ਦੀ ਦਾਤ ਲਈ ਸੁੱਖਣਾ ਸੁੱਖਦੇ ਅਤੇ ਪੀਰ ਦੀ ਰਹਿਮਤ ਲਈ ਮਜ਼ਾਰ ਤੇ ਚਿਰਾਗ ਬਾਲਦੇ ਹਨ। ਜਿਨ੍ਹਾਂ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਉਹ ਸ਼ਰਧਾ ਵਜੋਂ ਪੀਰ ਦੇ ਨਾਂ ਦਾ ਰੋਟ ਲਗਾਉਂਦੇ ਹਨ ਅਤੇ ਪੀਰ ਤੇ ਚਾਦਰ ਚੜਾ ਕੇ ਆਉਂਦੇ ਹਨ। ਬੰਜਾਰਾ ਵੇਦੀ ਨੇ ਸਿਰਫ ਹਿੰਦੂ ਅਤੇ ਇਸਲਾਮ ਧਰਮ ਦਾ ਜ਼ਿਕਰ ਕੀਤਾ ਹੈ ਕਿ ਜੋ ਲਾਲਾਂ ਵਾਲੇ ਪੀਰ ਨੂੰ ਮੰਨਦੇ ਹਨ, ਪਰ ਜਦਕਿ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਵੀ ਸਖੀ ਸਰਵਰ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੌਜੂਦ ਨੇ। ਸਾਲ ਵਿੱਚ ਇੱਕ ਵਾਰ ਪੀਰ ਤੇ ਕਵਾਲੀਆਂ ਤੇ ਪੀਰ ਦੀ ਮਹਿਮਾ ਵਿੱਚ ਕਵਾਲ ਆਉਂਦੇ ਨੇ ਤੇ ਸ਼ਰਧਾਲੂਆਂ ਨੂੰ ਨਿਹਾਲ ਕਰਦੇ ਨੇ। 88.34% ਔਰਤਾਂ ਤੇ 99.12% ਦਲਿਤ ਲੋਕ ਲਾਲਾਂ ਵਾਲੇ ਪੀਰ ਦੀ ਮਾਨਤਾ ਕਰਦੇ ਨੇ। ਇਸ ਪਿੰਡ ਨਾਲ ਸੰਬੰਧਿਤ ਇੱਕ ਹੋਰ ਪੀਰਖਾਨਾ ਵੀ ਹੈ ਜੋ ਹੁਣ ਪਿੰਡ ਦੀ ਜੂਹ ਤੋਂ ਬਾਹਰ ਹੈ। ਪਿੰਡ ਦੇ ਇੱਕ ਬਜ਼ੁਰਗ ਦੇ ਦੱਸਣ ਅਨੁਸਾਰ ਇਹ ਪੀਰਖਾਨਾ ਹੀ ਪਿੰਡ ਦਾ ਅਸਲੀ ਪੀਰਖਾਨਾ ਸੀ, ਪਰ ਕਿਉਂ ਜੋ ਉਹ ਪਿੰਡ ਦੀ ਜੂਹ ਤੋਂ ਬਾਹਰ ਹੋ ਗਿਆ, ਇਸ ਲਈ ਪਿੰਡ ਵਾਲਿਆਂ ਨੇ ਉਸ ਦੀ ਮਾਨਤਾ ਕਰਨੀ ਛੱਡ ਦਿੱਤੀ। ਸਤਾ ਦਰਬਾਰ। ਸ਼ਿਵ ਮੰਦਰ ਨੂੰ ਸਤਾ ਦਰਬਾਰ ਡੇਰਾ ਵੀ ਕਿਹਾ ਜਾਂਦਾ ਹੈ। ਉਸ ਪਿੰਡ ਵਿੱਚ ਹੈ ਜੋ ਇਸ ਮੰਦਰ ਬਾਰੇ ਪ੍ਰਚਲਿਤ ਦੰਤ ਕਥਾ ਹੈ ਕਿ ਇੱਥੇ ਇੱਕ ਨੇੜਲੇ ਪਿੰਡ ਦਾ ਜੱਟ ਸਤਾ ਹੋਇਆ ਸੀ, ਜਿਸ ਕਾਰਨ ਇਸ ਮੰਦਰ ਦਾ ਨਾਂ ਸਤਾ ਦਰਬਾਰ ਪੈ ਗਿਆ। ਦੂਜੀ ਪ੍ਰਚਲਿਤ ਦੰਤ ਕਥਾ ਅਨੁਸਾਰ ਇਸ ਮੰਦਰ ਦੀ ਥਾਂ ਕੋਲ ਆ ਕੇ ਵਿਆਹੁਲੇ ਜੋੜੇ ਦਾ ਰੱਥ ਡਾਕੂਆਂ ਨੇ ਘੇਰ ਲਿਆ। ਡਾਕੂਆਂ ਨਾਲ ਹੋਈ ਮੁੱਠਭੇੜ ਵਿੱਚ ਮੁੰਡਾ ਅਤੇ ਸਾਰਥੀ ਦੋਨੋਂ ਮਾਰੇ ਗਏ, ਪਰ ਵਿਆਹੁਲੀ ਇੱਥੇ ਕਿਧਰੇ ਨਹੀਂ ਗਈ। ਉਸਨੇ ਇਸ ਸਥਾਨ ਤੇ ਆਪਣੇ ਆਪ ਨੂੰ ਅੱਗ ਲਗਾ ਕੇ ਸਤੀ ਕਰ ਲਿਆ। ਇਸ ਲਈ ਇਹ ਸਤੇ ਦਰਬਾਰ ਦੇ ਵਿੱਚ ਮੰਦਿਰ ਅਤੇ ਡੇਰੇ ਦਾ ਮਿਲਗੋਬਾ ਹੈ। ਇੱਥੇ ਕਈ ਮਹਾਨ ਸਾਧ ਬਾਬਾ ਸਿੰਘਮ, ਬਾਬਾ ਮਣੀਗਤ ਅਤੇ ਬਾਬਾ ਗਰਨਾਰੀ ਹੋਏ ਨੇ। ਬਾਬਾ ਗਰਨਾਰੀ ਬਾਰੇ ਲੋਕਾਂ ਨੇ ਕਾਫੀ ਸੁਣਿਆ। ਮੰਨਿਆ ਜਾਂਦਾ ਕਿ ਜਿੱਥੇ ਸ਼ਿਵਲਿੰਗ ਸਥਾਪਿਤ ਹੈ ਉਸ ਥਾਂ ਦੇ ਨੀਚੇ ਗਿਰਨਾਰ ਯਾਨੀ ਕਿ ਖੂਹ ਹੈ। ਸ਼ਿਵਲਿੰਗ ਦੀ ਜੜ ਵਿੱਚ ਇੱਕ ਕੱਚ ਦੀ ਬੋਤਲ ਗੱਡੀ ਹੋਈ ਹੈ ਜੋ ਅੱਧੀ ਜ਼ਮੀਨ ਤੋਂ ਅੰਦਰ ਹੈ ਤੇ ਅੱਧੀ ਜ਼ਮੀਨ ਤੋਂ ਬਾਹਰ ਹੈ। ਇਸ ਬੋਤਲ ਬਾਰੇ ਲੋਕਾਂ 'ਚ ਵਿਸ਼ਵਾਸ ਹੈ ਕਿ ਜਿਸ ਦਿਨ ਇਹ ਬੋਤਲ ਪਾਣੀ ਨਾਲ ਭਰ ਗਈ ਤਾਂ ਪੂਰਾ ਪਟਿਆਲਾ ਸ਼ਹਿਰ ਪਾਣੀ ਵਿੱਚ ਡੁੱਬ ਜਾਏਗਾ। ਇੱਥੇ ਸ਼ਿਵਰਾਤਰੀ ਦਾ ਬਹੁਤ ਵੱਡਾ ਮੇਲਾ ਫੱਗਣ ਦੀ ਹਨੇਰ ਪੱਖ ਦੀ ਚੌਦਸ ਨੂੰ ਲੱਗਦਾ ਹੈ। ਇਹ ਮੇਲਾ 2 ਦਿਨ ਲੱਗਦਾ ਹੈ। ਔਰਤਾਂ ਮੇਲੇ ਦੇ ਪਹਿਲੇ ਦਿਨ ਹੀ ਸ਼ਮੂਲੀਅਤ ਕਰਦੀਆਂ ਹਨ। ਦੂਜੇ ਦਿਨ ਦੰਗਲ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਮਰਦ ਹੀ ਦੇਖਣ ਜਾਂਦੇ ਨੇ। ਸਤਾ ਦਰਬਾਰ ਦੀ ਮਾਨਤਾ 70.45% ਔਰਤਾਂ ਤੇ 75.22% ਦਲਿਤ ਭਾਈਚਾਰਾ ਕਰਦਾ ਹੈ। ਸ਼ੀਤਲਾ ਦੇਵੀ। ਸ਼ੀਤਲਾ ਮਾਤਾ ਦੇ ਨਮਿਤ ਮੱਥਾ ਚੇਤ ਮਹੀਨੇ ਦੇ ਹਨੇਰੇ ਪੱਖ ਦੀ ਦੂਜ ਤੀਜ ਨੂੰ ਟੇਕਿਆ ਜਾਂਦਾ ਹੈ। ਇਸ ਨੂੰ ਬਾਸੜੀਆਂ ਦੇ ਬਹਿੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਪਿੰਡ ਵਿੱਚ 2 ਥਾਵਾਂ ਤੇ ਸ਼ੀਤਲਾ ਦੇਵੀ ਦਾ ਮੱਥਾ ਟੇਕਦਾ ਹੈ। ਪਿੰਡ ਦੇ ਲੋਕ ਪਹਿਲੇ ਮੰਗਲਵਾਰ ਨੂੰ ਟੋਭੇ ਦੇ ਕਿਨਾਰੇ ਬਣੇ ਦੇਵੀ ਦੇ ਥਾਨ ਤੇ ਮੱਥਾ ਟੇਕਦੇ ਨੇ। ਲੋਕੀ ਮੱਥਾ ਟੇਕਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸਰੋਂ ਦੇ ਤੇਲ ਵਿੱਚ ਮਿੱਠੇ ਗੁਲਗੁਲੇ ਪਕਾ ਕੇ ਰੱਖਦੇ ਹਨ ਤੇ ਅਗਲੇ ਦਿਨ ਸਵੇਰੇ ਬਾਸੀ ਗੁਲਗੁਲਿਆਂ, ਅੱਕ ਦੇ ਪੱਤਿਆਂ, ਭਿੱਜੀ ਦਾਲ ਨਾਲ ਸ਼ੀਤਲਾ ਮਾਤਾ ਦੇ ਥਾਨਾਂ ਤੇ ਮੱਥਾ ਟੇਕਦੇ ਤੇ ਮਿੱਟੀ ਕੱਢਦੇ ਹਨ ਅਤੇ ਉਸ ਤੋਂ ਅਗਲੇ ਮੰਗਲਵਾਰ ਮਿੱਠੀਆਂ ਰੋਟੀਆਂ ਪਕਾ ਕੇ ਮੱਥਾ ਟੇਕਦੇ ਹਨ। ਇਸ ਮੌਕੇ ਤੇ ਛੋਟੇ ਬੱਚਿਆਂ ਦੀ ਸਲਾਮਤੀ ਲਈ ਉਹਨਾਂ ਦੇ ਸਿਰ ਉੱਪਰੋਂ ਵੀ ਮੁਰਗਾ ਛਾਇਆ ਜਾਂਦਾ ਹੈ। ਮੁਰਗਾ ਛਾਉਣਾ ਸ਼ਾਇਦ ਬਲੀ ਦਾ ਹੀ ਬਦਲਿਆ ਰੂਪ ਹੈ। ਇਸ ਪਿੰਡ ਵਿੱਚ ਸ਼ੀਤਲਾ ਦਾ ਮੱਥਾ ਚੇਤ ਦੇ ਹਨੇਰੇ ਵਿੱਚ ਟੇਕਣ ਦਾ ਰਿਵਾਜ ਹੈ, ਪਰ ਪੰਜਾਬ ਵਿੱਚ ਹੋਰਨਾਂ ਥਾਵਾਂ ਤੇ ਮੱਥਾ ਚੇਤ ਵਦੀ 7ਵੀਂ, 8ਵੀਂ, ਮਾਘ ਸੁਦੀ 6ਵੀਂ ਨੂੰ ਵੀ ਟੇਕਿਆ ਜਾਂਦਾ ਹੈ। ਸ਼ੀਤਲਾ ਦੇਵੀ ਦੀ ਮਾਨਤਾ 92.92% ਔਰਤਾਂ ਅਤੇ 94.42% ਪਛੜੀਆਂ ਸ਼੍ਰੇਣੀਆਂ ਦੇ ਲੋਕ ਕਰਦੇ ਹਨ। ਸਤੀਆਂ ਦੀ ਪੂਜਾ। ਸਤੀਆਂ ਦੀ ਪੂਜਾ ਹਰ ਪਿੰਡ ਵਿੱਚ ਕੀਤੀ ਜਾਂਦੀ ਹੈ। ਸਤੀਆਂ ਮਹੱਤਵਪੂਰਨ ਸੰਤ ਹੁੰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਆਪਣੇ ਪਤੀ ਦੀ ਚਿਖਾ ਨਾਲ ਸੜ ਕੇ ਮਰਦੀਆਂ ਹਨ ਉਹ ਖਾਸ ਸ਼ਕਤੀਆਂ ਦੀ ਧਾਰਨੀ ਬਣ ਜਾਂਦੀਆਂ ਹਨ। ਹਰ ਗੋਤ, ਜਾਤ, ਕਬੀਲੇ ਦੀਆਂ ਆਪਣੀਆਂ ਸਤੀਆਂ ਹੁੰਦੀਆਂ ਹਨ। ਪੰਜਾਬ ਵਿੱਚ ਸਤੀਆਂ ਦੀ ਬੜੀ ਮਾਨਤਾ ਹੈ। ਪਿੰਡਾਂ ਵਿੱਚ ਇਹਨਾਂ ਦੀ ਪੂਜਾ ਅਰਚਾ ਅੱਜ ਵੀ ਪ੍ਰਚਲਿਤ ਹੈ। ਕਈ ਪਿੰਡਾਂ ਵਿੱਚ ਸਤੀ ਦੀ ਮੂਰਤੀ ਜਾਂ ਸਤੀਆਂ ਦੇ ਸਥਾਨ ਅਲੱਗ ਬਣੇ ਹੁੰਦੇ ਹਨ, ਪਰ ਇਸ ਪਿੰਡ ਵਿੱਚ ਅਜਿਹਾ ਨਹੀਂ ਹੈ। ਇੱਥੇ ਸਤੀਆਂ ਦੇ ਥਾਨ ਵੱਡੇ ਵਡੇਰਿਆਂ ਦੇ ਸਥਾਨ ਦੇ ਨਾਲ ਹੀ ਹਨ। ਉੱਤਰੀ ਭਾਰਤ ਵਿੱਚ ਅਨੇਕਾਂ ਥਾਈਂ ਖਾਸ ਕਰਕੇ ਨਦੀਆਂ ਜਾਂ ਤਲਾਬਾਂ ਦੇ ਕੰਢੇ ਇੱਟਾਂ ਪੱਥਰਾਂ ਦੇ ਛੋਟੇ-ਛੋਟੇ ਮੰਦਰ ਬਣੇ ਵਿਖਾਈ ਦਿੰਦੇ ਹਨ ਜੋ ਸਤੀ ਨੂੰ ਸਮਰਪਿਤ ਹੁੰਦੇ ਹਨ। ਸਤੀਆਂ ਦੀ ਪੂਜਾ ਬੱਚਿਆਂ ਦੀ ਤੰਦਰੁਸਤੀ ਲਈ ਕੀਤੀ ਜਾਂਦੀ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਾ ਹੋਣ ਤੋਂ ਬਾਅਦ ਸਤੀ ਦਾ ਮੱਥਾ ਟੇਕਣਾ ਜ਼ਰੂਰੀ ਹੈ, ਨਹੀਂ ਤਾਂ ਕੋਈ ਕਰੋਪੀ ਦਾ ਡਰ ਰਹਿੰਦਾ ਹੈ। ਇੰਝ ਜਾਪਦਾ ਹੈ ਕਿ ਸਤੀਆਂ ਦੀ ਮਾਨਤਾ ਪਿੰਡਾਂ ਵਿੱਚ ਹੁੰਦੀ ਹੈ। ਸ਼ਾਇਦ ਉਹ ਚੱਲੀ ਆ ਰਹੀ ਸਤੀ ਪਰੰਪਰਾ ਤੋਂ ਵੱਖਰੀਆਂ ਹਨ। ਮਤਲਬ ਜਿੰਨੀਆਂ ਮੈਂ ਕਿਤਾਬਾਂ ਦੇਖੀਆਂ ਜਾਂ ਮੈਂ ਸਤੀਆਂ ਬਾਰੇ ਪੜ੍ਹਿਆ ਉਹਦੇ ਵਿੱਚ ਮੈਨੂੰ ਲੱਗਦਾ ਸੀਗਾ ਕਿ ਜੋ ਸਤੀ ਹੈ ਵੀ ਜੋ ਆਪਣੇ ਪਤੀ ਦੀ ਚਿਤਾ ਨਾਲ ਸੜ ਬਲ ਜਾਂਦੀ ਹੈ, ਪਰ ਜਿਹੜੀਆਂ ਪਿੰਡਾਂ ਦੇ ਵਿੱਚ ਸਤੀਆਂ ਮਿਲਦੀਆਂ ਨੇ ਉਹਨਾਂ ਨੂੰ ਲੋਕ ਉਹ ਨਹੀਂ ਮੰਨਦੇ। ਉਹਨਾਂ ਨੂੰ ਮੰਨਦੇ ਨੇ ਕਿ ਸ਼ਾਇਦ ਇਹ ਪਿੰਡ ਦੇ ਪਹਿਲਾਂ ਮੁੱਢ ਬੰਨਣ ਵਾਲੇ ਬਜ਼ੁਰਗ ਦੀਆਂ ਭੈਣਾਂ ਜਾਂ ਪਰਿਵਾਰ ਜਾਂ ਕਬੀਲੇ ਦੀਆਂ ਔਰਤ ਮੈਂਬਰਾਂ ਹੋਣ। ਤੇ ਜਿਸ ਤਰ੍ਹਾਂ ਮੋੜੀ ਗੱਡਣ ਵਾਲੇ ਬਜ਼ੁਰਗ ਜਾਂ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਤੇ ਮਰਨ ਤੇ ਉਸਨੂੰ ਭੂਮੀਆਂ ਦਾ ਦਰਜਾ ਦੇ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਸੰਭਵ ਹੈ ਕਿ ਸਭ ਤੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਮਰਨ ਤੇ ਸਤੀ ਦਾ ਦਰਜਾ ਦੇ ਦਿੱਤਾ ਜਾਂਦਾ ਹੋਵੇ। ਸਤੀਆਂ ਦੀ ਮਾਨਤਾ 94.0% ਔਰਤਾਂ ਅਤੇ 92.22% ਦਲਿਤ ਭਾਈਚਾਰਾ ਕਰਦਾ ਹੈ।
ਵੱਡੇ ਵਡੇਰੇ ਲੋਕਧਾਰਾ ਵਿੱਚ ਪਿੱਤਰ ਪੂਜਾ ਨੂੰ ਅਹਿਮ ਸਥਾਨ ਹਾਸਿਲ ਹੈ। ਪਿੰਡ ਵਿਚਲੀਆਂ ਹਰ ਜਾਤ ਦੇ ਲੋਕਾਂ ਦੇ ਆਪੋ ਆਪਣੇ ਵੱਡੇ ਵਡੇਰਿਆਂ ਦੇ ਸਥਾਨ ਨੇ। ਤਿੱਥ ਤਿਉਹਾਰ ਤੇ ਲੋਕ ਆਪਣੇ ਵੱਡੇ ਵਡੇਰਿਆਂ ਨੂੰ ਪੂਜਦੇ ਨੇ। ਕਈ ਘਰਾਂ ਵਿੱਚ ਪਸ਼ੂਆਂ ਦੀ ਸੁੱਚ ਵੱਡੇ ਵਡੇਰਿਆਂ ਤੋਂ ਤੇ ਦੁੱਧ ਪਾਉਣ ਤੋਂ ਬਿਨਾਂ ਨਹੀਂ ਖੁੱਲ੍ਹਦੀ ਹੈਗੀ। ਇਸ ਪਿੰਡ ਵਿੱਚ ਕੁਝ ਲੋਕ ਸ਼ਰਾਧ ਕਰਦੇ ਨੇ ਤੇ ਕੁਝ ਨਹੀਂ ਕਰਦੇ, ਪਰ ਸ਼ਰਾਧਾਂ ਦੇ ਦਿਨਾਂ ਵਿੱਚ ਮੰਗਲਮਈ ਕਾਰਜ ਕੋਈ ਨਹੀਂ ਕਰਦਾ। ਵੱਡੇ ਵਡੇਰਿਆਂ ਦੀ ਪੂਜਾ ਆਸਥਾ 91.12% ਔਰਤਾਂ ਅਤੇ 97.18% ਦਲਿਤ ਵਰਗ ਨਾਲ ਸੰਬੰਧਿਤ ਲੋਕ ਕਰਦੇ ਹਨ। ਖੇੜਾ, ਹਰ ਪਿੰਡ ਦਾ ਆਪਣਾ ਖੇੜਾ ਹੁੰਦਾ ਹੈ, ਪਰ ਇਸ ਪਿੰਡ ਵਿੱਚ 2 ਖੇੜੇ ਨੇ, ਜਿਸ ਨੂੰ ਵੱਡਾ ਖੇੜਾ ਅਤੇ ਛੋਟਾ ਖੇੜੇ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਛੋਟੇ ਖੇੜੇ ਬਾਰੇ ਮੰਨਿਆ ਜਾਂਦਾ ਹੈ ਕਿ ਖੇੜਾ ਪੁਰਾਣੇ ਸਮਿਆਂ ਵਿੱਚ ਇਸੇ ਸਥਾਨ ਤੇ ਵਸਦੇ ਪਿੰਡ ਦਾ ਖੇੜਾ ਸੀ, ਜੋ ਸਮੇਂ ਦੇ ਨਾਲ ਧਰਤੀ ਵਿੱਚ ਦਬ ਗਿਆ। ਆਮ ਮੌਕਿਆਂ ਤੋਂ ਇਲਾਵਾ ਪਿੰਡ ਦੇ ਵਿਆਹ ਦੇ ਮੌਕੇ ਤੇ ਖੇੜੇ ਨੂੰ ਚੇਚੇ ਤੌਰ ਤੇ ਪੂਜਿਆ ਜਾਂਦਾ ਹੈ। ਕਈ ਘਰ ਐਤਵਾਰ ਨੂੰ ਖੇੜੇ ਤੇ ਜੋਤ ਵੀ ਜਗਾਉਂਦੇ ਹਨ। ਖੇੜੇ ਦੀ ਪੂਜਾ ਪਿਤਰੀ ਪੂਜਾ ਦਾ ਹੀ ਇੱਕ ਰੂਪ ਹੈ। ਇਹ ਲੋਕ ਵਿਸ਼ਵਾਸ ਹੈ ਕਿ ਖੇੜਾ ਪਿੰਡ ਦੀ ਰੱਖਿਆ ਕਰਦਾ ਹੈ, ਜਿਸ ਤਰ੍ਹਾਂ ਭੂਮੀਆ ਦੇਵਤਾ ਕਰਦਾ ਹੈ। ਇਸ ਸਾਰੇ ਅਧਿਐਨ ਦੇ ਵਿੱਚੋਂ ਜਿਹੜਾ ਮੈਨੂੰ ਲੱਗਿਆ ਕਿ ਔਰਤਾਂ ਅਤੇ ਦਲਿਤ ਭਾਈਚਾਰੇ ਦੀ ਮਾਨਤਾ ਦੇ ਸੰਦਰਭ ਨੂੰ ਦੇਖਦੇ ਹੋਏ ਜੋ ਸ਼ੀਤਲਾ ਦੇਵੀ, ਬਸੰਤੀ ਦੇਵੀ, ਵੱਡੇ ਵਡੇਰੇ, ਖਵਾਜਾ, ਖੇੜਾ, ਸਤੀਆਂ ਨੂੰ ਹਾਸ਼ੀਏਕ੍ਰਿਤ ਧਿਰ ਦੇ ਦੇਵੀ ਦੇਵਤੇ ਮੰਨਿਆ ਜਾ ਸਕਦਾ ਹੈ, ਕਿਉਂਕਿ ਇਹਨਾਂ ਨੂੰ ਪੂਜਣ ਵਾਲਿਆਂ ਦੀ ਜ਼ਿਆਦਾ ਗਿਣਤੀ ਹਾਸ਼ੀਏਕ੍ਰਿਤ ਧਿਰ ਨਾਲ ਸੰਬੰਧਿਤ ਹੈ। ਔਰਤਾਂ ਅਤੇ ਦਲਿਤ ਇਸ ਦੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੈ। ਇਹਨਾਂ ਵਿੱਚੋਂ ਹਾਸ਼ੀਏ ਤੇ ਆਏ ਦੇਵੀ ਦੇਵਤਿਆਂ ਦਾ ਮੁੱਖ ਧਾਰਾ ਵਿੱਚ ਸ਼ਾਮਿਲ ਦੇਵੀ ਦੇਵਤਿਆਂ ਨਾਲੋਂ ਪੂਜਾ ਸਥਲਾਂ ਦਾ ਆਕਾਰ ਕਾਫੀ ਛੋਟਾ ਹੈ। ਇਹਨਾਂ ਵਿੱਚੋਂ ਸ਼ੀਤਲਾ ਦੇਵੀ, ਬਸੰਤੀ ਦੇਵੀ, ਸਤੀਆਂ, ਮਦਾਨਨ ਮਾਤਾ ਨੂੰ ਵੱਡੀ ਤਾਦਾਦ ਵਿੱਚ ਔਰਤਾਂ ਵੱਲੋਂ ਹੀ ਪੂਜਿਆ ਜਾਂਦਾ ਹੈ। ਇਹਨਾਂ ਵਿੱਚੋਂ ਜਿਹੜੇ ਸਿੱਟੇ ਨਿਕਲ ਕੇ ਸਾਹਮਣੇ ਆਏ ਨੇ, ਉਹ ਪਹਿਲੀ ਗੱਲ ਹੈ ਜਿਹੜੀ ਲੋਕ ਧਰਮ ਦੀ ਪੂਜਾ ਸਥਲਾਂ ਦੀ ਇਮਾਰਤ ਹੈ। ਜਿਨ੍ਹਾਂ ਲੋਕ ਧਾਰਮਿਕ ਸਥਾਨਾਂ ਦੀਆਂ ਸਥੂਲ ਇਮਾਰਤਾਂ ਨੇ, ਉੱਥੇ ਲੋਕ ਬਿਨਾਂ ਕਿਸੇ ਸੁੱਖ ਜਾਂ ਚਾਹਤ ਤੋਂ ਨਿਯਮਤ ਰੂਪ ਵਿੱਚ ਮੱਥਾ ਟੇਕਣ ਜਾਂਦੇ ਨੇ। ਇਸ ਦੇ ਉਲਟ ਜੋ ਥਾਵਾਂ ਬਿਨਾਂ ਇਮਾਰਤਾਂ ਦੇ ਨੇ, ਉੱਥੇ ਲੋਕ ਵਰੇ ਛਮਾਹੀ ਬੱਚੇ ਦੇ ਜਨਮ, ਵਿਆਹ ਜਾਂ ਮੌਕੇ ਵਿਸ਼ੇਸ਼ ਰੂਪ ਵਿੱਚ ਹੀ ਜਾਂਦੇ ਨੇ। ਪਰ ਔਰਤਾਂ ਅਤੇ ਜੋ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਲੋਕ ਨੇ, ਉਹ ਇੱਥੇ ਸਭ ਤੋਂ ਵੱਧ ਜਾਂਦੇ ਨੇ। ਪੂਜਾ ਵਿਧੀ ਵਿਧਾਨ, ਲੋਕ ਧਾਰਮਿਕ ਸਥਾਨਾਂ ਦੀ ਇਮਾਰਤ ਉੱਤੇ ਪ੍ਰਚਲਿਤ ਵਿਧੀ ਵਿਧਾਨ ਦਾ ਸਰੂਪ ਸ਼ਰਧਾਲੂਆਂ ਦੇ ਵਿਹਾਰ ਨੂੰ ਨਿਰਧਾਰਨ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁਖਤਾਰਾ ਦੇ ਦੇਵੀ ਦੇਵਤਿਆਂ, ਜਿਨ੍ਹਾਂ 'ਚ ਹਿੰਗਲਾਜ ਮਾਤਾ, ਗੁੱਗਾ, ਸਤਾ ਦਰਬਾਰ ਸ਼ਾਮਿਲ ਹੈ, ਦੀ ਪੂਜਾ ਦਾ ਇੱਕ ਨਿਸ਼ਚਿਤ ਵਿਧੀ ਵਿਧਾਨ ਹੈ ਤੇ ਇੱਕ ਖਾਸ ਤਰ੍ਹਾਂ ਦਾ ਚੜਾਵਾ ਇਹਨਾਂ ਦੇ ਸਥਾਨਾਂ ਤੇ ਅਰਪਿਤ ਕੀਤਾ ਜਾਂਦਾ ਹੈ। ਜਦ ਕਿ ਹਾਸ਼ੀਏ ਤੇ ਆਉਂਦੇ ਦੇਵੀ ਦੇਵਤਿਆਂ ਦੇ ਚੜਾਵਿਆਂ ਵਿੱਚ ਵਸਤਾਂ ਨੂੰ ਬਦਲਵੇਂ ਰੂਪ ਵਿੱਚ ਪੇਸ਼ ਕਰਨ ਦੀ ਸੰਭਾਵਨਾ ਹਮੇਸ਼ਾ ਹੀ ਬਚੀ ਅਤੇ ਬਣੀ ਰਹਿੰਦੀ ਹੈ। ਸਾਲਾਨਾ ਮੇਲੇ, ਮੁਕਤਸਰ ਵਿੱਚ ਸ਼ਾਮਿਲ ਦੇਵੀ ਦੇਵਤਿਆਂ ਦੇ ਸਾਲਾਨਾ ਮੇਲੇ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ, ਜਦੋਂ ਕਿ ਹਾਸ਼ੀਆਗਤ ਦੇਵੀ ਦੇਵਤਿਆਂ ਦਾ ਉਤਸਵ ਸਥਾਨਿਕ ਪੱਧਰ ਤੱਕ ਹੀ ਸੀਮਤ ਹੁੰਦਾ ਹੈ। ਪੁਜਾਰੀ, ਅਧਿਐਨ ਵਿੱਚ ਇਹ ਗੱਲ ਨਿੱਤਰ ਕੇ ਸਾਹਮਣੇ ਹੈ ਕਿ ਜਿਨ੍ਹਾਂ ਗ੍ਰਾਮੀਣ ਦੇਵੀ ਦੇਵਤਿਆਂ ਦੇ ਸਥਾਨਾਂ ਤੇ ਲੋਕ ਅਕਸਰ ਮੱਥਾ ਟੇਕਣ ਜਾਂਦੇ ਨੇ, ਉੱਥੇ ਕੁਝ ਸਮੇਂ ਬਾਅਦ ਕਿਸੇ ਪੁਜਾਰੀ ਜਾਂ ਚੇਲੇ ਆਦਿ ਦੇ ਰਹਿਣ ਦੀ ਥਾਂ ਬਣ ਜਾਂਦੀ ਹੈ। ਇਹਨਾਂ ਸ਼ਰਧਾਲੂਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਹੁੰਦੀ ਹੈ, ਕਿਉਂਕਿ ਇਹਨਾਂ ਸਥਾਨਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਕੀਤੇ ਜਾਣ ਵਾਲੇ ਉਪਾਅ ਵੀ ਸਿੱਧੇ ਸਾਦੇ ਹੁੰਦੇ ਹਨ, ਜਿਨ੍ਹਾਂ ਨੂੰ ਆਮ ਲੋਕ ਬੜੀ ਆਸਾਨੀ ਨਾਲ ਕਰ ਸਕਣ ਦੇ ਯੋਗ ਹੁੰਦੇ ਹਨ। ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਸੇ ਤਰ੍ਹਾਂ ਦੇ ਉਪਾਅ ਤੇ ਸਮਾਧਾਨ ਵੀ ਹੁੰਦੇ ਨੇ। ਇਸ ਤੋਂ ਬਿਨਾਂ ਮੁਖਤਾਰਾ ਵਿੱਚ ਸ਼ਾਮਿਲ ਲੋਕ ਦੇਵੀ ਦੇਵਤਿਆਂ ਦੇ ਮੁੱਖ ਦੇਖ ਰੇਖ ਦੀ ਜ਼ਿੰਮੇਵਾਰੀ ਪਿੰਡ ਦੀਆਂ ਮੋਹਤਰ ਜਮਾਤਾਂ ਲੈ ਲੈਂਦੀਆਂ ਹਨ, ਜਿਸ ਕਾਰਨ ਨੀਵੀਆਂ ਸ਼੍ਰੇਣੀਆਂ ਆਪਣੇ ਆਪ ਨੂੰ ਵਿਛੁੰਨੀਆਂ ਮਹਿਸੂਸ ਕਰਦੀਆਂ ਨੇ। ਇਹਨਾਂ ਮੁਖਤਾਰਾ ਵਿੱਚ ਸ਼ਾਮਿਲ ਦੇਵੀ ਦੇਵਤਿਆਂ ਦੇ ਧਾਰਮਿਕ ਸਮਾਗਮਾਂ ਦੇ ਪ੍ਰਬੰਧ ਵਿੱਚ ਔਰਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਕੋਈ ਹਿੱਸੇਦਾਰੀ ਨਹੀਂ ਹੁੰਦੀ, ਜਦੋਂ ਕਿ ਹਾਸ਼ੀਏ ਧਿਰ ਦੇ ਦੇਵੀ ਦੇਵਤਿਆਂ ਦੇ ਧਾਰਮਿਕ ਸਮਾਗਮਾਂ ਜਾਂ ਖਾਸ ਦਿਨ ਦੇ ਕਾਰ ਵਿਹਾਰ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਨੀਵੀਆਂ ਸ਼੍ਰੇਣੀਆਂ ਦੇ ਲੋਕ ਨਿਭਾਉਂਦੇ ਨੇ, ਜਿਸ ਕਾਰਨ ਉੱਥੇ ਉਹ ਆਪਣੇ ਆਪ ਨੂੰ ਵੱਧ ਜੁੜਿਆ ਮਹਿਸੂਸ ਕਰਦੇ ਹਨ। ਧੰਨਵਾਦ।